ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਏ, ਨਿਰਮਲ ਦੇ ਸਰੀਰ, ਨਿਰਮਲ ਸਾਚੋ ਮਨ ਵਸੈ, ਸੋ ਜਾਣੇ ਅਬ ਪੀਰ। ਸਹਿਜੇ ਤੇ ਸੁਖ ਅਗਲੋ, ਨਾ ਲਾਗੇ ਜਮ ਤੀਰ। ਭਾਈ ਰੇ ਮੈਲ ਨਾਹੀ, ਨਿਰਮਲ ਜਲ ਨਾਏ, ਨਿਰਮਲ ਸਾਚਾ ਏਕ ਤੂੰ, ਹਰ ਮੈਲ ਪਰੀ ਸਭ ਜਾਏ ਰਹਾਓ। ਹਰ ਕਾ ਮੰਦਰ ਸੋਹਣਾ, ਕਿਆ ਕਰਨੇ ਕੀਆ ਕਰਨੇ ਹਾਰ। ਰਵ ਸਸ ਦੀਪ ਅਨੂਪ, ਜੋਤ ਤ੍ਰਿਵਣ ਜੋਤ ਅਪਾਰ। ਹਾਟ ਪਟਣ ਕੜ ਕੋਠੜੀ, ਸਚ ਸੌਦਾ ਵਪਾਰ। ਗਿਆਨ ਅੰਜਨ ਪੇ ਪੰਜਨਾ, ਦੇਖ ਨਿਰੰਜਨ ਪਾਏ। ਗੁਪਤ ਪ੍ਰਗਟ ਸਭ ਜਾਣੀਏ, ਜੇ ਮਨ ਰਾਖੇ ਠਾਏ। ਐਸਾ ਸਤਿਗੁਰ ਜੇ ਮਿਲੇ, ਤਾਂ ਸਹਿਜੇ ਲੈ ਮਿਲਾਏ। ਕਸ ਕਸ ਵੱਟੀ ਲਾਈਏ, ਪਰਖੇ ਹਿਤ ਚਿਤ ਲਾਏ। ਖੋਟੇ ਟੌਰ ਨ ਪਾਇਨੀ, ਖਰੇ ਖਜ਼ਾਨੇ ਪਾਏ। ਆਸ ਅੰਦੇਸਾ ਦੂਰ ਕਰ, ਇਉ ਮਲ ਜਾਏ ਸਮਾਏ। ਸੁਖ ਕੋ ਮਾਂਗੇ ਸਭ ਕੋ, ਦੁੱਖ ਨ ਮਾਂਗੇ ਕੋਇ। ਸੁਖ ਕਿਉ ਦੁੱਖ ਅਗਲਾ, ਮਨ ਮੁਖ ਬੂਝ ਨ ਹੋਏ। ਸੁਖ ਦੁੱਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਵੇਦ ਪੁਕਾਰੇ ਵਾਚੀਏ, ਬਾਣੀ ਬ੍ਰਹਮ ਬਿਆਸ। ਮੁੰਜਨ ਸੇਵਕ ਸਾਧਕਾ, ਨਾਮ ਰਤੇ ਗੁਣਤਾਸ। ਸਚ ਰਤੇ ਸੇ ਜਿਣ ਗਏ, ਹਉ ਸਦ ਬਲਿਹਾਰੇ ਜਾਸ। ਚੌ ਜੁਗ ਮੈਲੇ ਮਲ ਪਰੇ, ਜਿਨ ਮੁਖ ਨਾਮ ਨ ਹੋਏ। ਪਰਤੀ ਪਾਏ ਵਿਹੂਣੀਆਂ, ਮੂੰਹ ਕਾਲਾ ਪਤ ਖੋਏ। ਜਿਨੀ ਨਾਮ ਵਿਸਾਰਿਆ, ਅਵਗਣ ਮੁੱਠੀ ਰੋਏ। ਖੋਜਤ ਖੋਜਤ ਪਾਇਆ, ਡਰ ਕਰ ਮਿਲੇ ਮਿਲਾਏ। ਆਪ ਪਛਾਣੇ ਘਰ ਵਸੈ, ਹਉਮੈ ਤ੍ਰਿਸਨਾ ਜਾਏ। ਨਾਨਕ ਨਿਰਮਲ ਉਜਲੇ, ਜੋ ਰਾਤੇ ਹਰਿ ਨਾਏ। ਆਪ ਪਛਾਣੇ ਘਰ ਵਸੈ, ਹਉਮੈ ਤ੍ਰਿਸਨਾ ਜਾਏ। ਨਾਨਕ ਨਿਰਮਲ ਉਜਲੇ, ਜੋ ਰਾਤੇ ਹਰਿ ਨਾਏ। ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਦੁਆਰਾ ਨਿਰਮਲ ਪ੍ਰਭੂ ਦੀ ਪਹਿਚਾਣ ਹੁੰਦੀ ਹੈ ਅਤੇ ਉਸ ਨੂੰ ਜਾਣਨ ਨਾਲ ਮਨੁੱਖ ਦੇ ਸੂਖਮ ਅਤੇ ਸਥੂਲ ਦੋਵੇਂ ਸਰੀਰ ਪਵਿੱਤਰ ਹੋ ਜਾਂਦੇ ਹਨ। ਉਹ ਨਿਰਮਲ ਸਤ ਸਰੂਪ ਪ੍ਰਭੂ ਮਨ ਵਿੱਚ ਵਸ ਜਾਂਦਾ ਹੈ, ਜੋ ਮਨੁੱਖ ਦੇ ਅੰਦਰ ਦੀ ਵੇਦਨਾ ਨੂੰ ਜਾਣਦਾ ਹੈ। ਮਨ ਵਿੱਚ ਗੁਰੂ ਸ਼ਬਦ ਨਾਲ ਨਾਮ ਟਿਕਾਣ ਨਾਲ ਤਿੱਕਣ ਨਾਲ ਹੀ ਪੈਦਾ ਹੁੰਦੀ ਹੈ। ਪੈਦਾ ਹੋਈ ਫਿਰ ਸਹਿਜ ਅਵਸਥਾ ਦੁਆਰਾ ਬਹੁਤ ਅਧਿਕ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਜਮ ਦਾ ਤੀਰ ਭਾਵ ਕਾਲ ਦਾ ਪ੍ਰਭਾਵ ਵੀ ਨਹੀਂ ਲੱਗਦਾ। ਹੇ ਭਾਈ, ਗੁਰ ਸ਼ਬਦ ਨਾਮ ਰੂਪ ਨਿਰਮਲ ਜਲ ਨਾਲ ਇਸ਼ਨਾਨ ਕਰਨ ਤੇ ਮਨ ਦੀ ਮੈਲ ਖਤਮ ਹੋ ਜਾਂਦੀ ਹੈ। ਇਸ ਵਾਸਤੇ ਪਰਮਾਤਮਾ ਅੱਗੇ ਬੇਨਤੀ ਕਰ ਕਿ ਹੇ ਪ੍ਰਭੂ, ਨਿਰਮਲ ਸਰੂਪ ਵਾਲਾ ਸਦਾ ਸਥਿਰ ਤੂੰ ਹੀ ਹੈ। ਸੰਸਾਰ ਦੀਆਂ ਹੋਰ ਸਭ ਥਾਵਾਂ ਮੈਲ ਨਾਲ ਭਰੀਆਂ ਹੋਈਆਂ ਹਨ। ਉਹ ਸਿਰਜਣਹਾਰ ਪਰਮਾਤਮਾ ਨੇ ਸ੍ਰਿਸ਼ਟੀ ਦੇ ਰੂਪ ਵਿੱਚ ਸੁੰਦਰ ਮਹਿਲ ਬਣਾਇਆ ਹੋਇਆ ਹੈ। ਅਨੂਪਮ ਪ੍ਰਕਾਸ਼ ਵਾਲੇ ਸੂਰਜ ਅਤੇ ਚੰਦਰਮਾ ਰੂਪ ਦੀਪਕ
ਉਸ ਵਿੱਚ ਜਗ ਰਹੇ ਹਨ ਅਤੇ ਤਿੰਨਾਂ ਲੋਕਾਂ ਵਿੱਚ ਉਸ ਦੀ ਅਪਾਰ ਜੋਤ ਵਿਆਪਤ ਹੈ। ਹੱਟੀਆਂ, ਨਗਰ, ਕਿਲੇ, ਕੋਠੜੀਆਂ ਦੀ ਰੌਣਕ ਹੈ ਅਤੇ ਉਹਨਾਂ ਵਿੱਚ ਸਤ ਸਰੂਪ ਪਰਮਾਤਮਾ ਦਾ ਹੀ ਵਣਜ ਵਪਾਰ ਹੋ ਰਿਹਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਸਾਧਕ ਗੁਰਮੁਖ ਦੇ ਨੇਤਰਾਂ ਵਿੱਚ ਗੁਰੂ ਦੇ ਸ਼ਬਦ ਨਾਮ ਦਾ ਸੁਰਮਾ ਪੈ ਜਾਂਦਾ ਹੈ, ਫਿਰ ਉਸ ਗੁਰਮੁਖ ਦਾ ਸੰਸਾਰਕ ਭੈ, ਡਰ ਨਸ਼ਟ ਹੋ ਜਾਂਦਾ ਹੈ ਅਤੇ ਫਿਰ ਉਹ ਪ੍ਰੇਮ ਪੂਰਵਕ ਪ੍ਰਭੂ ਨੂੰ ਵੇਖ ਲੈਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਜੇ ਅਸੀਂ ਆਪਣੇ ਮਨ ਨੂੰ ਇੱਕ ਥਾਂ ਉੱਤੇ ਭਾਵ ਗੁਰੂ ਸ਼ਬਦ ਨਾਲ, ਨਾਮ ਨਾਲ ਟਿਕਾ ਲਈਏ ਤਾਂ ਪ੍ਰਤੱਖ ਜਾਂ ਪਰੋਖ ਅਪਰਤੱਖ ਰੂਪ ਵਿੱਚ ਸਭ ਪਾਸੇ ਪਰਮਾਤਮਾ ਨੂੰ ਵਿਆਪਕ ਜਾਣ ਲਈਦਾ ਹੈ। ਜੇ ਅਜਿਹਾ ਸਮਰੱਥ ਸਤਿਗੁਰ ਮਿਲ ਜਾਏ ਤਾਂ ਉਹ ਪਰਮਾਤਮਾ ਨਾਲ ਭਾਵ ਗੁਰੂ ਰੂਪ ਸ਼ਬਦ ਨਾਮ ਨਾਲ ਸਹਿ ਸੁਭਾਅ ਹੀ ਮਿਲਾ ਦਿੰਦਾ ਹੈ। ਪਰਮਾਤਮਾ ਆਪਣੇ ਪੈਦਾ ਕੀਤੇ ਮਨੁੱਖਾਂ ਨੂੰ ਕਸਵੱਟੀ ਉੱਤੇ ਕੱਸ ਕੇ ਬੜੇ ਸਨੇਹ ਅਤੇ ਧਿਆਨ ਨਾਲ ਪਰਖਦਾ ਹੈ। ਆਤਮਿਕ ਗਿਆਨ ਆਨੰਦ ਤੋਂ ਸੱਖਣੇ ਖੋਟੇ ਵਿਅਕਤੀ ਨੂੰ ਉੱਥੇ ਕੋਈ ਸਥਾਨ ਪ੍ਰਾਪਤ ਨਹੀਂ ਹੁੰਦਾ ਅਤੇ ਖਰਿਆਂ ਨੂੰ ਈਸ਼ਵਰੀ ਖਜ਼ਾਨੇ ਵਿੱਚ ਪਾ ਦਿੱਤਾ ਜਾਂਦਾ ਹੈ, ਭਾਵ ਸਵੀਕਾਰ ਕਰ ਲਿਆ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਤੂੰ ਗੁਰੂ ਸ਼ਬਦ ਨਾਮ ਨਾਲ ਜੁੜਨ ਤੋਂ ਬਾਅਦ ਆਪਣੇ ਅੰਦਰੋਂ ਆਸਾਂ ਅਤੇ ਫਿਕਰਾਂ ਨੂੰ ਦੂਰ ਕਰ ਦੇ ਅਤੇ ਆਪਣੇ ਆਪ ਨੂੰ ਉਸ ਪ੍ਰਭੂ ਦੇ ਹਵਾਲੇ ਕਰ ਦੇ। ਇਸ ਤਰ੍ਹਾਂ ਤੇਰੀ ਵਿਕਾਰਾਂ ਦੀ ਮੈਲ ਖਤਮ ਹੋ ਜਾਏਗੀ ਅਤੇ ਤੇਰੀ ਸੁਰਤ ਪਰਮਾਤਮਾ ਵਿੱਚ ਸਮਾਹਿਤ ਹੋ ਜਾਏਗੀ। ਇਸ ਸੰਸਾਰ ਵਿੱਚ ਸਭ ਲੋਕ ਸੁੱਖ ਦੀ ਇੱਛਾ ਕਰਦੇ ਹਨ, ਪਰ ਦੁੱਖ ਨੂੰ ਕੋਈ ਵੀ ਨਹੀਂ ਮੰਗਦਾ। ਸੁੱਖਾਂ ਦੀ ਆਸ ਕਰਨ ਵਾਲੇ ਨੂੰ ਹੋਰ ਜ਼ਿਆਦਾ ਦੁੱਖ ਮਿਲਦਾ ਹੈ, ਪਰ ਉਸ ਮਨੁੱਖ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਨੂੰ ਦੁੱਖ ਅਤੇ ਸੁੱਖ ਬਰਾਬਰ ਸਮਝਣੇ ਚਾਹੀਦੇ ਹਨ। ਗੁਰੂ ਦੇ ਸ਼ਬਦ ਨਾਮ ਦੁਆਰਾ ਮਨ ਨੂੰ ਵਿੰਨਣ 'ਤੇ ਹੀ ਸਥਾਈ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹ ਗੱਲ ਵਿਆਸ ਮੁਨੀ ਪੁਕਾਰ ਕੇ ਕਹਿ ਰਿਹਾ ਹੈ ਕਿ ਬ੍ਰਹਮਾ ਦੁਆਰਾ ਰਚੀ ਵੇਦ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ, ਪਰ ਸੱਚੇ ਅਰਥਾਂ ਵਿੱਚ ਉਹੀ ਮੁਨੀ ਸੇਵਕ ਅਤੇ ਸਾਧਕ ਹਨ ਜੋ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਸ਼ਬਦ ਨਾਮ ਵਿੱਚ ਰੰਗੇ ਹੋਏ ਹਨ, ਜੋ ਉਸ ਸਤ ਸਰੂਪ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ ਹਨ। ਫਿਰ ਉਹ ਜੀਵਨ ਦੀ ਖੇਡ ਜਿੱਤ ਜਾਂਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਐਸੇ ਗੁਰਮੁਖਾਂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੇ ਮੁਖ ਤੋਂ ਸ਼ਬਦ ਨਾਮ ਦਾ ਉਚਾਰਨ ਨਹੀਂ ਹੁੰਦਾ। ਉਹ ਚੌਹਾਂ ਯੁਗਾਂ ਵਿੱਚ ਭਾਵ ਹਮੇਸ਼ਾ ਲਈ ਮੈਲੇ ਕਹੇ ਜਾਂਦੇ ਹਨ ਅਤੇ ਸਦਾ ਮਾਇਆਵੀ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ। ਭਗਤੀ ਦੀ ਭਾਵਨਾ ਤੋਂ ਵਾਂਝੇ ਵਿਅਕਤੀਆਂ ਦਾ ਈਸ਼ਵਰੀ ਦਰਗਾਹ ਵਿੱਚ ਮੂੰਹ ਕਾਲਾ ਹੁੰਦਾ ਹੈ
ਅਤੇ ਆਪਣੀ ਇੱਜ਼ਤ ਪੱਤ ਖਤਮ ਕਰ ਲੈਂਦੇ ਹਨ। ਜਿਸ ਜੀਵ ਰੂਪ ਇਸਤਰੀ ਨੇ ਨਾਮ ਨੂੰ ਭੁਲਾ ਦਿੱਤਾ ਹੈ, ਉਹ ਆਪਣੇ ਵਿਕਾਰਾਂ ਅਤੇ ਔਗਣਾਂ ਦੁਆਰਾ ਠੱਗੇ ਜਾਣ 'ਤੇ ਰੋਂਦੀ ਰਹਿੰਦੀ ਹੈ। ਬਾਰ ਖੋਜਣ ਨਾਲ ਹੀ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਡਰ ਮੰਨਣ ਨਾਲ ਅਤੇ ਗੁਰਸ਼ਬਦ ਨਾਮ ਦੁਆਰਾ ਮਿਲਾਇਆ ਪ੍ਰਭੂ ਮਿਲ ਪੈਂਦਾ ਹੈ। ਜੋ ਗੁਰਮੁਖ ਜੀਵ ਗੁਰੂ ਸ਼ਬਦ ਨਾਮ ਦੀ ਸਿੱਖਿਆ ਰਾਹੀਂ ਆਪਣੇ ਆਪ ਨੂੰ ਪਛਾਣ ਲੈਂਦਾ ਹੈ, ਤਾਂ ਉਹ ਭਟਕਣ ਤੋਂ ਬਚ ਕੇ ਆਪਣੇ ਅੰਦਰ ਟਿਕ ਜਾਂਦਾ ਹੈ। ਭਾਵ ਉਸ ਦਾ ਮਨ ਅਤੇ ਹਿਰਦਾ ਸਥਿਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਹਉਮੈ ਅਤੇ ਤ੍ਰਿਸ਼ਨਾ ਨਸ਼ਟ ਹੋ ਜਾਂਦੀਆਂ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਗੁਰਮੁਖ ਪਰਮਾਤਮਾ ਦੇ ਸ਼ਬਦ ਨਾਮ ਵਿੱਚ ਰੰਗੇ ਜਾਂਦੇ ਹਨ। ਫਿਰ ਉਹ ਨਿਰਮਲ ਅਤੇ ਉਜਲੇ ਸਰੂਪ ਵਾਲੇ ਹਨ। ਗੁਰੂ ਜੀ ਕਹਿੰਦੇ ਹਨ ਕਿ ਗੁਰੂ ਸ਼ਬਦ ਦੁਆਰਾ ਹੀ ਪਵਿੱਤਰ ਪਰਮਾਤਮਾ ਤੱਕ ਪਹੁੰਚ ਹੁੰਦੀ ਹੈ ਅਤੇ ਉਸ ਦੀ ਪਵਿੱਤਰਤਾ ਕਰਕੇ ਜਗਿਆਸੂ ਵੀ ਤਨੋਂ ਅਤੇ ਮਨੋਂ ਪਵਿੱਤਰ ਹੋ ਜਾਂਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।